वीडियो देख रहे सारे विद्यार्थियों ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਅਧਿਆਇ 7ਵਾਂ ਸ਼ੁਰੂ ਕਰਾਂਗੇ, ਲਾਇਬ੍ਰੇਰੀ ਫੰਕਸ਼ਨਸ। ਜਿਵੇਂ ਕਿ ਅਸੀਂ ਸੀ ਦਾ ਪ੍ਰੋਗਰਾਮ ਬਣਾਉਂਦੇ ਹੋਏ ਕਈ ਤਰ੍ਹਾਂ ਦੇ ਫੰਕਸ਼ਨ ਯੂਜ਼ ਕੀਤੇ, ਉਹਨਾਂ ਬਾਰੇ ਪੜ੍ਹਿਆ ਅਤੇ ਇਹ ਵੀ ਪੜ੍ਹਿਆ ਕਿ ਲਾਇਬ੍ਰੇਰੀ ਫੰਕਸ਼ਨ ਅਤੇ ਯੂਜ਼ਰ ਡਿਫਾਈਨਡ ਫੰਕਸ਼ਨਸ ਕੀ ਹੁੰਦੇ ਹਨ। ਅੱਜ ਅਸੀਂ ਖਾਸ ਤੌਰ ਤੇ ਲਾਇਬ੍ਰੇਰੀ ਫੰਕਸ਼ਨਸ ਦੇ ਬਾਰੇ ਜਾਣੂ ਹੋਵਾਂਗੇ। ਫੰਕਸ਼ਨਸ ਸੀ ਭਾਸ਼ਾ ਵਿੱਚ ਬਣੇ ਪ੍ਰੋਗਰਾਮ ਕਈ ਸਟੇਟਮੈਂਟਾਂ ਹੁੰਦੀਆਂ ਹਨ। ਜਦੋਂ ਆਪਾਂ ਸੀ ਦਾ ਪ੍ਰੋਗਰਾਮ ਬਣਾਉਂਦੇ ਹਾਂ ਤਾਂ ਹਰ ਸੈਂਟੈਂਸ ਦੇ, ਹਰ ਲਾਈਨ ਦੇ ਮਗਰ ਜਾਂ ਹਰ ਸਟੇਟਮੈਂਟ ਦੇ ਮਗਰ ਉਸ ਨੂੰ ਖਤਮ ਕਰਕੇ ਇੱਕ ਸਪੈਸ਼ਲ ਕਮਾਂਡ ਜਾਂ ਇੱਕ ਸਪੈਸ਼ਲ ਫੰਕਸ਼ਨ ਲੱਗਦਾ। ਇਸੇ ਤਰ੍ਹਾਂ ਹੀ ਤੁਸੀਂ ਜਦੋਂ ਕੋਈ ਐਪ ਜਾਂ ਕੋਈ ਵੱਡਾ ਪ੍ਰੋਗਰਾਮ ਤਿਆਰ ਕਰ ਰਹੇ ਹੁੰਦੇ ਹੋ ਤਾਂ ਉਹ ਬਾਰ-ਬਾਰ ਉਹੀ ਚੀਜ਼ ਰਿਪੀਟ ਹੁੰਦੀ ਹੈ, ਦੁਹਰਾਈ ਜਾਂਦੀ ਹੈ। ਇਸੇ ਨਾਲ ਉਹ ਬਹੁਤ ਗੁੰਝਲਦਾਰ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਲਿਖਣਾ, ਸਮਝਣਾ ਅਤੇ ਉਸ ਵਿੱਚ ਗਲਤੀਆਂ ਲੱਭਣਾ ਔਖਾ ਹੁੰਦਾ ਹੈ। ਸਭ ਤੋਂ ਜ਼ਰੂਰੀ ਚੀਜ਼ ਉਸ ਦੇ ਵਿੱਚ ਗਲਤੀ ਨਹੀਂ ਲੱਭਦੀ। ਕਿਤੇ ਇੱਕ ਸਿੰਗਲ ਕੋਮਾ ਜਾਂ ਸੈਮੀ ਕੋਲਨ ਰਹਿ ਗਿਆ ਤਾਂ ਉਹ ਸਟੇਟਮੈਂਟ ਦੇ ਸ਼ੁਰੂ ਦੇ ਵਿੱਚ ਹੀ ਐਰਰ ਦਿਖਾਵੇਗਾ ਕਿ ਇਸ ਸਟੇਟਮੈਂਟ ਦੇ ਵਿੱਚ ਆਹ ਲਾਈਨ ਦੇ ਵਿੱਚ ਐਰਰ ਹੈ, ਤਾਂ ਐਰਰ ਨਹੀਂ ਪਤਾ ਲੱਗਦੀ। ਇਸੇ ਕਰਕੇ ਵੱਡੇ ਪ੍ਰੋਗਰਾਮ ਨੂੰ ਛੋਟੇ-ਛੋਟੇ ਭਾਗਾਂ ਵਿੱਚ ਵੰਡ ਲੈਣਾ ਚਾਹੀਦਾ ਹੈ। ਪ੍ਰੋਗਰਾਮ ਦੇ ਇਹਨਾਂ ਛੋਟੇ-ਛੋਟੇ ਭਾਗਾਂ ਨੂੰ ਫੰਕਸ਼ਨ ਕਹਿੰਦੇ ਹਨ। ਯਾਦ ਰੱਖਣਾ, ਛੋਟੇ-ਛੋਟੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਪ੍ਰੋਗਰਾਮ ਫੰਕਸ਼ਨ ਹੀ ਹੁੰਦੇ ਹਨ। ਇਸ ਤੋਂ ਇਲਾਵਾ ਫੰਕਸ਼ਨ ਦੀ ਸਹਾਇਤਾ ਨਾਲ ਅਸੀਂ ਇੱਕ ਪ੍ਰੋਗਰਾਮ ਨੂੰ ਸੌਖੇ ਸਮਝ ਵੀ ਸਕਦੇ ਹਾਂ। ਸੀ ਭਾਸ਼ਾ ਵਿੱਚ ਪ੍ਰੋਗਰਾਮਰ ਇਹਨਾਂ ਫੰਕਸ਼ਨਾਂ ਨੂੰ ਵੱਡਾ ਪ੍ਰੋਗਰਾਮ ਬਣਾਉਣ ਲਈ ਮੁੱਢਲੀ ਇਕਾਈ ਵਜੋਂ ਵੀ ਵਰਤ ਸਕਦਾ ਹੈ। ਮਤਲਬ ਤੁਸੀਂ ਇੱਕ ਫੰਕਸ਼ਨ ਇੱਕ ਜਗ੍ਹਾ ਬਣਾ ਕੇ ਯੂਜ਼ਰ ਡਿਫਾਈਨ ਫੰਕਸ਼ਨ ਦੇ ਵਿੱਚ, ਜਿਵੇਂ ਤੁਸੀਂ ਇੱਕ ਪ੍ਰੋਗਰਾਮ ਜਾਂ ਇੱਕ ਫੰਕਸ਼ਨ ਨੂੰ ਬਣਾ ਕੇ ਕਿਤੇ ਹੋਰ ਵੀ ਯੂਜ਼ ਕਰ ਸਕਦੇ ਹੋ, ਉਸੇ ਤਰ੍ਹਾਂ ਹਰ ਕੋਈ ਫੰਕਸ਼ਨ ਕਿਤੇ ਵੀ ਯੂਜ਼ ਕੀਤਾ ਜਾ ਸਕਦਾ ਹੈ। ਇੱਕ ਵੱਡੇ ਪ੍ਰੋਗਰਾਮ ਨੂੰ ਛੋਟੇ ਹਿੱਸਿਆਂ ਭਾਵ ਫੰਕਸ਼ਨਾਂ ਵਿੱਚ ਵੰਡਣ ਨੂੰ ਮੋਡੂਲਰ ਪ੍ਰੋਗਰਾਮਿੰਗ ਕਹਿੰਦੇ ਹਨ। ਫੰਕਸ਼ਨ ਆਪਣੇ ਆਪ ਵਿੱਚ ਸਟੇਟਮੈਂਟਾਂ ਦਾ ਸਮੂਹ ਹੈ ਜੋ ਇੱਕ ਖਾਸ ਕੰਮ ਕਰਦਾ ਹੈ। ਜੋ ਵੀ ਤੁਸੀਂ ਫੰਕਸ਼ਨ ਡਿਜ਼ਾਈਨ ਕੀਤਾ ਹੈ, ਬਣਾਇਆ ਹੈ, ਉਹ ਕਿਸੇ ਖਾਸ ਕੰਮ ਲਈ ਬਣਾਇਆ ਹੈ। ਉਹ ਤੁਸੀਂ ਉਸੇ ਖਾਸ ਪਰਪਸ ਲਈ ਅੱਗੇ ਵੀ ਵਰਤ ਸਕਦੇ ਹੋ। ਇੱਕ ਫੰਕਸ਼ਨ, ਇੱਕ ਪ੍ਰੋਗਰਾਮ ਕਾਫੀ ਗਿਣਤੀ ਬਾਰ-ਬਾਰ ਆਉਣ ਵਾਲੀਆਂ ਸਟੇਟਮੈਂਟਸ ਨੂੰ ਇੱਕ ਇਕਾਈ ਵਜੋਂ ਪੈਦਾ ਕਰਦਾ ਹੈ ਤੇ ਉਹਨਾਂ ਦੀ ਇੱਕ ਨਾਮ ਦੁਆਰਾ ਪਛਾਣ ਦਿਖਾਉਂਦਾ ਹੈ, ਜਿਸ ਨੂੰ ਫੰਕਸ਼ਨ ਜਾਂ ਨਾਮ ਕਹਿੰਦੇ ਹਨ। ਸੀ ਵਿੱਚ ਇੱਕ ਜਾਂ ਜ਼ਿਆਦਾ ਫੰਕਸ਼ਨ ਹੋ ਸਕਦੇ ਹਨ, ਪਰੰਤੂ ਮੁੱਖ ਫੰਕਸ਼ਨ ਹਰ ਸੀ ਪ੍ਰੋਗਰਾਮ ਵਿੱਚ ਹੋਣਾ ਚਾਹੀਦਾ ਹੈ। ਮੁੱਖ ਫੰਕਸ਼ਨ, ਮੇਨ ਫੰਕਸ਼ਨ। ਸੀ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਸੀ ਦੇ ਵਿੱਚ ਜਿੰਨੇ ਮਰਜ਼ੀ ਤੁਸੀਂ ਪ੍ਰੋਗਰਾਮ ਸਬ ਫੰਕਸ਼ਨਸ ਜਾਂ ਯੂਜ਼ਰ ਡਿਫਾਈਨ ਫੰਕਸ਼ਨ ਯੂਜ਼ ਕਰਨੇ ਹਨ, ਪਰ ਸੀ ਦੇ ਵਿੱਚ ਇੱਕ ਹੀ ਮੇਨ ਫੰਕਸ਼ਨ ਰਹੇਗਾ ਜੋ ਦੱਸੇਗਾ ਕਿ ਫੰਕਸ਼ਨਸ ਕਿਵੇਂ ਚੱਲਣਗੇ ਬਾਕੀ ਦੇ। ਇਹ ਪ੍ਰੋਗਰਾਮ ਫੰਕਸ਼ਨ ਨੂੰ ਇੱਕ ਪ੍ਰੋਗਰਾਮ ਵਿੱਚ ਜਿੱਥੇ ਵੀ ਜ਼ਰੂਰਤ ਹੋਵੇ ਬੁਲਾ ਸਕਦਾ ਹੈ, ਭਾਵ ਇੱਕੋ ਤਰ੍ਹਾਂ ਦੀਆਂ ਸਟੇਟਮੈਂਟਸ ਬਾਰ-ਬਾਰ ਲਿਖਣ ਦੀ ਲੋੜ ਨਹੀਂ ਪਵੇਗੀ। ਕਿੰਨੇ ਤਰ੍ਹਾਂ ਦੇ ਹੁੰਦੇ ਹਨ ਫੰਕਸ਼ਨ? ਦੋ ਤਰ੍ਹਾਂ ਦੇ, ਲਾਇਬ੍ਰੇਰੀ ਫੰਕਸ਼ਨ ਤੇ ਯੂਜ਼ਰ ਡਿਫਾਈਨ ਫੰਕਸ਼ਨ। ਲਾਇਬ੍ਰੇਰੀ ਫੰਕਸ਼ਨ, ਜਿਵੇਂ ਕਿ ਨਾਮ ਤੋਂ ਹੀ ਪਤਾ ਚੱਲਦਾ ਹੈ, ਲਾਇਬ੍ਰੇਰੀ ਫੰਕਸ਼ਨ ਆਮ ਵਰਤੋਂ ਵਾਲੇ ਫੰਕਸ਼ਨਾਂ ਦਾ ਇਕੱਠ ਅਤੇ ਭੰਡਾਰ ਹੈ। ਲਾਇਬ੍ਰੇਰੀ ਫੰਕਸ਼ਨ ਵਿੱਚ ਡਿਸਕ ਸਥਿਤ ਹੁੰਦੀ ਹੈ ਅਤੇ ਇਹ ਸਾਡੇ ਲਈ ਕੰਪਾਈਲਰ ਲਿਖਣ ਵਾਲੇ ਲੋਕਾਂ ਦੁਆਰਾ ਲਿਖੇ ਗਏ ਹੁੰਦੇ ਹਨ। ਜਿਨ੍ਹਾਂ ਨੇ ਕੰਪਾਈਲਰ ਨੂੰ ਡਿਜ਼ਾਈਨ ਕੀਤਾ ਹੈ, ਬਣਾਇਆ ਹੈ, ਉਹਨਾਂ ਨੇ ਹੀ ਇਹਨਾਂ ਨੂੰ ਉਹਨਾਂ ਦੇ ਵਿੱਚ ਡਿਫਾਈਨ ਕੀਤਾ ਹੈ। ਸਾਨੂੰ ਖਾਸ ਤੌਰ 'ਤੇ ਇਹਨਾਂ ਫੰਕਸ਼ਨ ਨੂੰ ਡਿਫਾਈਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਹਨਾਂ ਨੇ ਕੀ ਕਰਨਾ ਹੈ। ਲਾਇਬ੍ਰੇਰੀ ਦੇ ਵਿੱਚ ਆਲਰੇਡੀ ਫੰਕਸ਼ਨ ਹੈਡਰ ਫਾਈਲਾਂ ਜੋ ਆਪਾਂ ਪੜ੍ਹੀਆਂ ਹਾਂ ਪਹਿਲਾਂ ਹੈਸ਼ ਡਾਇਰੈਕਟਰ ਦੇ ਨਾਲ ਜਦੋਂ ਇਨਕਲੂਡ ਕਰਦੇ ਹਾਂ, ਉਹ ਹੈਡਰ ਫਾਈਲਸ ਦੇ ਵਿੱਚ ਇਹ ਫੰਕਸ਼ਨ ਡਿਫਾਈਨਡ ਹੁੰਦੇ ਹਨ ਕਿ ਫੰਕਸ਼ਨ ਕੀ ਕਰਨਗੇ, ਕੀ ਨਹੀਂ ਕਰਨਗੇ। ਜਿਵੇਂ ਕਿ ਸਕੈਨਐਫ, ਪ੍ਰਿੰਟਐਫ, ਇਹ ਸਿੰਪਲ ਸਟੈਂਡਰਡ ਇਨਪੁਟ ਆਊਟਪੁੱਟ ਫੰਕਸ਼ਨ ਹਨ ਜੋ stdio.h ਫਾਈਲ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹਨ। ਜਦੋਂ ਤੁਸੀਂ stdio.h ਇਨਕਲੂਡ ਕਰ ਲਈ ਤਾਂ ਤੁਸੀਂ scanf and printf ਕਿਤੇ ਵੀ ਯੂਜ਼ ਕਰ ਸਕਦੇ ਹੋ, ਬਾਰ-ਬਾਰ ਯੂਜ਼ ਕਰ ਸਕਦੇ ਹੋ।
C ਭਾਸ਼ਾ ਵਿੱਚ ਵੱਖ-ਵੱਖ ਪ੍ਰੋਗਰਾਮ ਇੱਕ ਸਾਂਝਾ ਫੰਕਸ਼ਨ ਵਰਤ ਸਕਦੇ ਹਨ। ਅਸੀਂ ਇਹਨਾਂ ਫੰਕਸ਼ਨਸ ਦੀ ਵਰਤੋਂ ਆਪਣੇ ਪ੍ਰੋਗਰਾਮ ਵਿੱਚ ਜ਼ਰੂਰਤ ਅਨੁਸਾਰ ਕਰਦੇ ਹਾਂ। C ਭਾਸ਼ਾ ਵਿੱਚ ਕਾਫੀ ਗਿਣਤੀ ਵਿੱਚ ਲਾਇਬ੍ਰੇਰੀ ਫੰਕਸ਼ਨ ਮੌਜੂਦ ਹੁੰਦੇ ਹਨ। ਕੁਝ ਮਹੱਤਵਪੂਰਨ ਲਾਇਬ੍ਰੇਰੀ ਫੰਕਸ਼ਨ ਅਤੇ ਉਹਨਾਂ ਨਾਲ ਸੰਬੰਧਿਤ ਹੈਡਰ ਫਾਈਲਾਂ ਹੇਠ ਦਿੱਤੀਆਂ ਗਈਆਂ ਹਨ। ਧਿਆਨ ਨਾਲ ਪੜ੍ਹੋ। ਸਟੈਂਡਰਡ ਇਨਪੁਟ ਅਤੇ ਆਊਟਪੁੱਟ ਆਪਰੇਸ਼ਨ ਦੇ ਲਈ ਆਪਾਂ ਕਿਹੜੀ ਹੈਡਰ ਫਾਈਲ ਯੂਜ਼ ਕਰਦੇ ਹਾਂ? stdio.h। ਤੇ ਇਹਨਾਂ ਦੇ ਵਿੱਚ ਦਿੱਤੇ ਗਏ ਕੁਝ ਫੰਕਸ਼ਨ scanf, printf, getCharacter, fclose, fopen। then ctype.h, ਇਹਦੇ ਵਿੱਚ tolwr, to lower, to upper, to ascii, ASCII ਕੋਡ ਦੇ ਵਿੱਚ ਕਨਵਰਟ ਕਰਨ ਨੂੰ, is upper, ਇਹ ਤੁਸੀਂ ਆਪ ਦੇ ਲਿਖੇ ਹੋਏ ਅੱਖਰਾਂ ਨੂੰ ਛੋਟਾ ਵੱਡਾ ਕਰਨਾ ASCII ਕੋਡ ਦੇ ਵਿੱਚ ਕਨਵਰਟ ਕਰਨ ਦੇ ਵਿੱਚ ਹੈਲਪ ਕਰਦੇ ਹਨ। string.h ਜਿਹੜੀ ਫਾਈਲ ਹੈ ਉਸ ਦੇ ਵਿੱਚ string length, ਤੁਹਾਡੇ ਲਿਖੇ ਹੋਏ ਅੱਖਰ ਦੀ ਲੈਂਥ ਕਿੰਨੀ ਹੈ, ਕੰਪੈਰੀਜ਼ਨ, ਕਾਪੀ ਐਂਡ ਸਟ੍ਰਿੰਗ ਕੈਟਾਗਰੀ ਜਾਂ ਕੈਟੀਨੇਸ਼ਨ। ਮੈਥ ਨਾਲ ਸੰਬੰਧਿਤ math.h, cos, fmod, square root, power of, exponential ਵਗੈਰਾ ਵਗੈਰਾ। ਲਾਇਬ੍ਰੇਰੀ ਫੰਕਸ਼ਨ, ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਪੜਾਂਗੇ। ਸਟ੍ਰਿੰਗ ਲੈਂਥ ਕੀ ਕਰਦਾ ਹੈ? ਸਟ੍ਰਿੰਗ ਲੈਂਥ ਸਟ੍ਰਿੰਗ ਦੀ ਲੈਂਥ ਦੱਸਦਾ ਹੈ ਕਿੰਨੀ ਹੈ। ਸਿੰਪਲ ਮੇਨ ਪ੍ਰੋਗਰਾਮ ਦੇ ਵਿੱਚ ਕਰੈਕਟਰ A ਇੱਕ ਐਰੇ ਡਿਫਾਈਨ ਕੀਤਾ SEHIJ। ਹੁਣ ਇੱਕ ਇੰਟੀਜਰ ਡਾਟਾ ਟਾਈਪ ਦਾ ਵੇਰੀਏਬਲ ਆ LENTH, ਜਾਂ ਤੁਸੀਂ ABC ਵੀ ਲੈ ਸਕਦੇ ਹੋ। ਉਸੇ ਨੂੰ ਆਪਾਂ ਕਿਹਾ ਕਿ ਇਹਨੂੰ ਫੰਕਸ਼ਨ ਦੇ ਵਿੱਚ ਯੂਜ਼ ਹੋਵੇ ਸਟ੍ਰਿੰਗ ਲੈਂਥ A, ਔਰ ਇਹ ਡਿਫਾਈਨ ਕਰੇਗਾ ਇਹਦੀ ਕਿੰਨੀ ਹੈ। ਜੋ ਆਊਟਪੁੱਟ ਦੇ ਵਜੋਂ ਕੀ ਦਿਖਾਵੇਗਾ? ਇੱਕ ਤਾਂ ਸਟ੍ਰਿੰਗ ਕੀ ਹੈ %s, ਐਂਡ ਦੈਨ ਸਟ੍ਰਿੰਗ ਦੀ ਡੈਫੀਨੇਸ਼ਨ ਕੀ ਹੈ? ਪੰਜ। ਸਟ੍ਰਿੰਗ ਕਾਪੀ, ਇਹ ਇੱਕ ਸਟ੍ਰਿੰਗ ਨੂੰ ਦੂਜੀ ਜਗ੍ਹਾ ਤੇ ਕਾਪੀ ਕਰ ਸਕਦਾ ਹੈ, ਤੁਹਾਨੂੰ ਬਾਰ-ਬਾਰ ਉਹ ਲਿਖਣ ਦੀ ਵੀ ਜ਼ਰੂਰਤ ਨਹੀਂ। ਕਰੈਕਟਰ ਡਾਟਾ ਟਾਈਪ, ਸੋਰਸ ਇੱਕ ਐਰੇ ਲਿਖ ਲਿਆ ਆਪਾਂ। ਟਾਰਗੇਟ ਮਤਲਬ ਤੁਸੀਂ ABC ਜਾਂ ਕੁਝ ਵੀ ਯੂਜ਼ ਕਰ ਸਕਦੇ ਹੋ, ਇਹ ਸਿਰਫ ਹੈਲਪਫੁਲ ਦੇ ਲਈ ਹੈ। ਸਟ੍ਰਿੰਗ ਕਾਪੀ ਫੰਕਸ਼ਨ ਯੂਜ਼ ਕਰਦੇ ਹੋਏ ਤੁਸੀਂ ਟਾਰਗੇਟ ਲਿਖਤਾ ਤੇ ਸੋਰਸ, ਦੈਨ ਸੋਰਸ %s, ਸੋਰਸ ਡਿਸਪਲੇ ਕਰੇਗਾ ਕਿੱਥੋਂ? %s ਨੂੰ, ਦੈਨ ਟਾਰਗੇਟ। ਦੋਨਾਂ ਨੂੰ ਡਿਸਪਲੇ ਜਦੋਂ ਕਰਾਂਗੇ ਦੋਨੇ ਜਗ੍ਹਾ ਸੇਮ ਹੀ ਅੱਖਰ ਆਵੇਗਾ। ਸਟ੍ਰਿੰਗ ਕੈਟ, ਇਹ ਫੰਕਸ਼ਨ ਦੋ ਸਟ੍ਰਿੰਗਸ ਨੂੰ ਆਪਸ ਵਿੱਚ ਜੋੜਦਾ ਹੈ। ਸਟ੍ਰਿੰਗ 1 ਸਟ੍ਰਿੰਗ B A ਜਾਂ ਸਟ੍ਰਿੰਗ B ਨੂੰ ਤੁਸੀਂ C ਨੂੰ ਅਲੱਗ-ਅਲੱਗ ਜੋੜਨਾ ਹੈ, ਲਿਖਿਆ ਹੋਇਆ ਹੈ ਜਾਂ ਕਿਤੇ ਅਲੱਗ-ਅਲੱਗ ਡਿਸਪਲੇ ਹੋਏ ਹਨ, ਤੁਸੀਂ ਉਹਨਾਂ ਨੂੰ ਯੂਜ਼ਰ ਤੋਂ ਇਨਪੁਟ ਲੈ ਕੇ ਜਾਂ ਉਹਨਾਂ ਦੀ ਆਊਟਪੁੱਟ ਨੂੰ ਤੁਸੀਂ ਜੋੜ ਸਕਦੇ ਹੋ। ਇਹ ਵੀ ਸਿੰਪਲ ਪ੍ਰੋਗਰਾਮ ਦੇ ਨਾਲ ਜੁੜਿਆ ਹੋਇਆ ਹੈ। ਹਮੇਸ਼ਾ ਧਿਆਨ ਰੱਖਣਾ ਤੁਸੀਂ ਜੋ ਫੰਕਸ਼ਨ ਯੂਜ਼ ਕਰਨਾ ਹੈ ਉਸ ਦੀ ਹੈਡਰ ਫਾਈਲ ਜ਼ਰੂਰ ਇਨਕਲੂਡ ਕਰਨੀ ਹੈ। ਇਹਨਾਂ ਦੇ ਵਿੱਚ ਹੈਡਰ ਫਾਈਲ string.h ਯੂਜ਼ ਹੋਵੇਗੀ। ਉਸ ਤੋਂ ਬਿਨਾ ਸਟ੍ਰਿੰਗ ਤੁਸੀਂ ਫੰਕਸ਼ਨ ਯੂਜ਼ ਨਹੀਂ ਕਰ ਸਕਦੇ। ਟਾਰਗੇਟ ਸਟ੍ਰਿੰਗ ਇੰਨਾ ਵੱਡਾ ਹੋਣਾ ਚਾਹੀਦਾ ਕਿ ਫਾਈਨਲ ਸਟ੍ਰਿੰਗ ਨੂੰ ਸਟੋਰ ਕਰ ਸਕੇ। ਹੁਣ ਟਾਰਗੇਟ ਸਟ੍ਰਿੰਗ ਜਿਹੜਾ ਹੁੰਦਾ ਹੈ, ਆਪਾਂ ਸਟ੍ਰਿੰਗ ਦੀ ਆਪਾਂ ਕਰੈਕਟਰ ਵੈਲਿਊ ਹੈ, ਕਿੰਨੀ ਮੈਮਰੀ ਸਟੋਰ ਕਰਦਾ ਹੈ ਕਰੈਕਟਰ? ਤੁਸੀਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਹੋਵੇਗਾ 8 ਦੀ ਮੈਮਰੀ। ਤੁਸੀਂ ਜਿੰਨੀ ਮੈਮਰੀ ਇਸ ਨੂੰ ਦੇਵੋਗੇ ਉਸੇ ਹਿਸਾਬ ਦੇ ਨਾਲ ਇਹਦੀ ਮੈਮਰੀ ਐਲੋਕੇਟ ਕਰਨੀ ਹੈ। ਸਟ੍ਰਿੰਗ ਕੰਪੈਰੀਜ਼ਨ, ਦੋ ਸਟ੍ਰਿੰਗਸ ਨੂੰ ਕੰਪੇਅਰ ਕਰਨਾ ਆਪਸ ਦੇ ਵਿੱਚ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਆਹ ਦੋ ਸਟ੍ਰਿੰਗਸ ਨੇ, 3 ਇੰਟੀਜਰ ਡਾਟਾ ਟਾਈਪਸ ਨੂੰ ਲੈ ਕੇ ਤੁਸੀਂ ਇੱਕ I ਨੂੰ ਕਿਹਾ, A ਨੂੰ ਕਿਹਾ। ਸਟ੍ਰਿੰਗ ਕੰਪੈਰੀਜ਼ਨ ਸਟ੍ਰਿੰਗ 1 ਐਂਡ ਹਰਪ੍ਰੀਤ, ਸਟ੍ਰਿੰਗ 1 ਕੀ ਆ, ਹਰਪ੍ਰੀਤ ਐਂਡ ਸਟ੍ਰਿੰਗ 2 ਕੀ ਆ। ਥਰਡ ਦੇ ਵਿੱਚ ਉਹ ਡਿਸਪਲੇ ਹੋ ਜਾਵੇ %d ਆਊਟਪੁੱਟ 1। 1 2 3 4 5 6 7 8, 1 2 3 4 5 6 7। ऑलराइट,
ਆ ਉਹਦੀ ਆਊਟਪੁੱਟ ਹੈ। ਦੈਨ ਸਟ੍ਰਿੰਗ ਗੈਟ ਕਰੈਕਟਰ, ਯੂਜ਼ਰ ਤੋਂ ਇਨਪੁਟ ਲੈਣੀ। ਇਸ ਵਿੱਚ ਸਟੈਂਡਰਡ ਇਨਪੁਟ ਆਊਟਪੁੱਟ ਡਿਵਾਈਸਿਸ ਵਿੱਚ ਕਰੈਕਟਰ ਇਨਪੁਟ ਕਰਨ ਲਈ ਵਰਤਿਆ ਜਾਂਦਾ ਹੈ। ਯੂਜ਼ਰ ਤੋਂ ਕਰੈਕਟਰ ਨੇ ਜਾਂ ਨੇਮ ਜਾਂ ਕੁਝ ਡੈਫੀਨੇਸ਼ਨ ਲੈਣ ਦੇ ਲਈ। ਕਰੈਕਟਰ ਡਾਟਾ ਟਾਈਪ ਦਾ ਤੁਸੀਂ a ਇੱਕ ਵੇਰੀਏਬਲ ਡਿਫਾਈਨ ਕੀਤਾ, ਉਸ ਦੇ ਵਿੱਚ ਤੁਸੀਂ ਪੁੱਛਿਆ ਕਿ ਨੇਮ ਕੀ ਹੈ ਤੁਹਾਡਾ, ਪ੍ਰਿੰਟ ਟਾਈਪ y ਫॉर yes ਐਂਡ n ਫॉर no। ਦੈਨ ਆਨਸਰ ਦੇ ਵਿੱਚ ਆਨਸਰ ਇਜ਼ ਇਕੁਅਲ ਟੂ ਗੈਟ ਕਰੈਕਟਰ, ਵੀ ਯੂਜ਼ਰ ਤੋਂ ਇਨਪੁਟ ਲਵੇ ਆਨਸਰ। ਜੇ ਆਨਸਰ ਦੀ ਵੈਲਿਊ y ਹੈ ਐਂਡ ਸੌਰੀ ਔਰ ਜੇ ਆंसर ਦੀ वैल्यू नो है, प्रिंट TERNI, अदरवाइज थैंक्स। टर्मिनेट। पुट करैक्टर, पुट करैक्टर भी अगेन स्कैनएफ जिहड़ा सीगा वो इनपुट सीगा। पुट करैक्टर इज अगेन प्रिंटएफ की तरह वरत्या जाता है स्क्रीन ते आउटपुट लैण लई। गैट करैक्टर फंक्शन की तरह एक होर फंक्शन है जो कि एक समय ते एक करैक्टर लिखण लई वरत्या जाता है स्क्रीन दे उत्ते। आंसर यस, पुट करैक्टर ANS, तुसी आंसर लिख लिया, विल डिस्प्ले द करैक्टर y ऑन द स्क्रीन। स्क्रीन ते इस तरह शो हो जाएगा। स्कैनएफ, स्कैनएफ तो तुसी हर प्रोग्राम दे विच वरत्या ही है। इस तो भी यूजर तो इनपुट लैण लई या इनपुट देण लई वरत्या जाता है। स्कैन करो, ये फंक्शन स्टैंडर्ड ये हेठले के अनुसार वरत्या जाता है। स्कैनएफ %f, वैल्यू स्कैन की दी x दी और वेरिएबल उम्मीद दिखाएगा। इसी तरह ही मैथ दे कुछ एक फंक्शन कॉस, एक्सपोनेंशियल, कोजीन ऑफ रेडियन, कोसाइन ऑफ रेडियन दिखावेगा, एक्सपोनेंट दिखावेगा ओदा पावर 2 की 2 पावर कितनी होगी 4, स्क्वायर रूट 36 का स्क्वायर रूट कितना होएगा 6। दैन एफ मोड, ए नंबर नू किसी होर नंबर ना वंडदे हाँ तो बाकी की बचेगा गुणना करेगा। जे ए नंबर नू इस नाल डिवाइड करते हाँ तो हाँ बचेगा। फैब्स, ये फंक्शन दी हुई कीमत नाल निर्लेख मुल पता करने लई वरत्या जाता है। आ कीमत की वैल्यू की है। CL, ये फंक्शन दी हुई न्यूमैरिक कीमत नू नेड़ले अजिहे पूर्ण अंक विच बदलता है, मतलब तुहाडे पॉइंट राउंड ऑफ कर दिंदा है। फ्लोर y इज लोअर, लोअर केस दे विच दिखाउंदा है तुहाडे अखर वड्डे लिखे हुए हैं वड्डे। हुण तुसीं ये भी देखो कि C केस सेंसिटिव है, जिहड़े ऑप्शन तुसीं दित्ती हुई है उसी तरह प्रिंट भी करेगा। टू लोअर, आर्ग्यूमेंट पास ऑन करना, टू अपर, ये इस तरह वरत्या जा सकता है। ते ये इसकी आउटपुट रहेगी। फंक्शन दे की लाभ हैं? फंक्शनां दे लाभ, फंक्शन की सहायता नाल असीं गुलझरदार प्रोग्राम नूं सौखियां ही लिख सकते हैं। फंक्शन की सहायता नाल वड्डे प्रोग्राम नूं सौखियां ही घट समय में डिज़ाइन किया जा सकता है। जो तुसी पहला ही छोटे छोटे फंक्शन दस दिते भी आ फंक्शन ये करेगा, या इनबिल्ट फंक्शन तुसी दोबारा रिपीट करने की जरूरत नहीं है। एक बार हेडर फाइल इंक्लूड करती, यू कैन यूज़ दैम एनीवेयर। सेम एक ही फंक्शन नूं एक तो वध प्रोग्राम विच वरत्या जा सकता है। इस दे नाल ही अपना ये चैप्टर खत्म हुंदा है। जे किसी नूं इस चैप्टर दे विच कोई सवाल होवे तां मेथों पुछ सकता है। धन्यवाद।